हाँ जी, सत श्री अकाल जी सारिਆਂ ਨੂੰ। ਅੱਜ ਦੀ ਵੀਡੀਓ ਵਿੱਚ ਆਪਾਂ ਪੰਜਾਬ ਦੇ ਕੁਝ ਇੰਪੋਰਟੈਂਟ ਜੀਕੇ ਦੇ ਕੁਐਸਚਨਸ ਜੋ ਪਿਛਲੇ ਐਗਜ਼ਾਮਸ ਦੇ ਵਿੱਚ ਆ ਚੁੱਕੇ ਨੇ ਤੇ ਉਹਨਾਂ ਨੂੰ ਕੰਟੀਨਿਊ ਕਰਾਂਗੇ ਅੱਗੇ। ਤੇ ਅੱਜ ਦਾ ਜਿਹੜਾ ਆਪਾਂ ਪੇਪਰ ਸਿਲੈਕਟ ਕੀਤਾ ਉਹ ਪੀਪੀਐਸਸੀ ਦਾ ਕੋਆਪਰੇਟਿਵ ਇੰਸਪੈਕਟਰ ਦਾ ਪੁਰਾਣਾ ਪੇਪਰ ਸਿਲੈਕਟ ਕੀਤਾ, ਉਹਦੇ ਚੋਂ ਜਿਹੜੇ ਇੰਪੋਰਟੈਂਟ ਕੁਐਸਚਨ ਸੀਗੇ ਉਹ ਡਿਸਕਸ ਕਰਾਂਗੇ। ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਹੀਂ ਕੀਤਾ, ਬੈਲ ਆਈਕਨ ਤੇ ਕਲਿੱਕ ਕਰ ਲਿਓ ਨਹੀਂ ਕੀਤਾ। ਟੈਲੀਗ੍ਰਾਮ ਗਰੁੱਪ ਦਾ ਇੱਕ ਆਪਾਂ ਬਣਾਇਆ ਨਵਾਂ, ਉਹਦਾ ਵੀ ਲਿੰਕ ਤੁਹਾਨੂੰ ਦੇ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ, ਤੇ ਉਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਅਪਡੇਟਸ ਲਈ। ਹਾਂਜੀ, ਪਹਿਲਾ ਕੁਐਸਚਨ ਦੇਖਦੇ ਹਾਂ। ਅਰਥ ਆਵਰ ਇਜ਼ ਅ ਵਰਲਡ ਵਾਈਡ ਮੂਵਮੈਂਟ ਟੂ ਰੇਜ਼ ਅਵੇਅਰਨੈਸ ਅਬਾਊਟ ਕਲਾਈਮੇਟ ਚੇਂਜ ਐਂਡ ਦਿਸ ਮੂਵਮੈਂਟ ਇਜ਼ ਆਰਗੇਨਾਈਜ਼ਡ ਬਾਏ। ਹਾਂਜੀ, ਅਰਥ ਆਵਰ ਇੱਕ ਸੈਲੀਬ੍ਰੇਟ ਕੀਤਾ ਜਾਂਦਾ, ਇਹ ਸੈਲੀਬ੍ਰੇਟ ਕੀਤਾ ਜਾਂਦਾ ਮਾਰਚ ਮਹੀਨੇ ਦੇ ਲਾਸਟ ਸੈਟਰਡੇ ਨੂੰ, ਠੀਕ ਹੈ। ਤੇ ਇਹ ਜਿਹੜੀ ਇਹ ਆਰਗੇਨਾਈਜ਼ ਕੀਤਾ ਜਾਂਦਾ ਈਵੈਂਟ WWF ਦੇ ਦੁਆਰਾ। ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਪਾਂਡੇ ਦੀ ਲੋਗੋ ਲੱਗੀ ਹੋਈ ਆ। WWF ਹੈਗਾ ਵਰਲਡ ਵਾਈਲਡ ਲਾਈਫ ਫੰਡ ਫॉर ਨੇਚਰ, ਤੇ ਹੈੱਡਕੁਆਟਰ ਇਹਦਾ ਇੰਗਲੈਂਡ ਦੇ ਵਿੱਚ ਆ ਜੋ ਕਿ ਸਵਿਟਜ਼ਰਲੈਂਡ ਦੇ ਵਿੱਚ ਆ। ਤੇ ਇਹਦੇ ਵਿੱਚ ਬੇਸਿਕਲੀ ਹੁੰਦਾ ਕੀ ਆ, ਨੋਨ ਇਸੈਂਸ਼ੀਅਲ ਲਾਈਟਸ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ, ਆਪਾਂ ਨੂੰ ਕਹਿਣ ਦਾ ਭਾਵ ਵਾਧੂ ਜੋ ਆਪਾਂ ਜਿਵੇਂ ਘਰਾਂ ਦੇ ਵਿੱਚ ਲਾਈਟਾਂ ਲਾ ਕੇ ਛੱਡ ਦਿੰਦੇ ਹਾਂ ਨਾ, ਤੇ ਇਸ ਅਰਥ ਆਵਰ ਦੇ ਦੌਰਾਨ ਉਹ ਲਾਈਟਸ ਜਿਹੜੀਆਂ ਨੇ ਉਹ ਬੰਦ ਕੀਤੀਆਂ ਜਾਂਦੀਆਂ ਨੇ ਤਾਂ ਜੋ ਐਨਰਜੀ ਨੂੰ ਕੰਜ਼ਰਵ ਕੀਤਾ ਜਾ ਸਕੇ। ਤੇ ਇੱਦਾਂ ਹੀ ਅਰਥ ਡੇ ਵੀ ਹੁੰਦਾ, ਤੇ ਉਹ ਅਪ੍ਰੈਲ ਦੇ ਵਿੱਚ ਹੁਣ ਹੀ ਲੰਘ ਕੇ ਗਿਆ, 22 ਅਪ੍ਰੈਲ ਨੂੰ ਹੁੰਦਾ। ਨੈਕਸਟ ਕੁਐਸਚਨ, ਐਂਡਰੋਇਡ ਇਜ਼ ਅ ਮੋਬਾਈਲ ਓਪਰੇਟਿੰਗ ਸਿਸਟਮ ਡਿਜ਼ਾਈਨਡ ਬਾਏ। ਹਾਂਜੀ, ਐਂਡਰੋਇਡ ਮੋਬਾਈਲ ਓਪਰੇਟਿੰਗ ਸਿਸਟਮ ਜੇ ਕਿਸੇ ਨੂੰ ਨਹੀਂ ਪਤਾ ਤਾਂ ਦੱਸ ਦਿੰਦੇ ਹਾਂ। ਇਹ ਵੀ ਕੁਐਸਚਨ ਆਇਆ ਹੋਇਆ ਸੀਗਾ ਗੂਗਲ ਦੇ ਦੁਆਰਾ, ਓਪਰੇਟਿੰਗ ਸਿਸਟਮ ਇਹ ਡਿਜ਼ਾਈਨ ਕੀਤਾ ਹੋਇਆ। ਤੇ ਐਵੇਂ ਜਿੱਦਾਂ ਐਪਲ ਦਾ iOS ਆ ਤੇ ਮੈਕ ਵਗੈਰਾ ਆ ਜਾਂਦਾ ਉਹਨਾਂ ਦਾ ਪੀਸੀਜ਼ ਦੇ ਲਈ, ਹੈ ਨਾ। ਤੇ ਚਲੋ ਅੱਗੇ ਦੇਖਦੇ ਹਾਂ। ਨੈਕਸਟ ਕੁਐਸਚਨ ਹੈਗਾ, ਵਿਚ ਸਬਮਰੀਨ ਇਜ਼ ਦਾ ਫਸਟ ਇੰਡੀਜੀਨਸਲੀ ਬਿਲਟ ਸਕੋਰਪੀਨ ਕਲਾਸ ਸਬਮਰੀਨ ਦੈਟ ਹੈਜ਼ ਬੀਨ ਕਮਿਸ਼ਨਡ ਇਨਟੂ ਦੀ ਇੰਡੀਅਨ ਨੇਵੀ। ਇੰਡੀਅਨ ਨੇਵੀ ਦੇ ਵਿੱਚ ਕਿਹੜੀ ਸਕੋਰਪੀਨ ਕਲਾਸ ਸਬਮਰੀਨ ਕਮਿਸ਼ਨ ਕੀਤੀ ਗਈ, ਉਸ ਟਾਈਮ ਦਾ ਕੁਐਸਚਨ ਸੀਗਾ, ਤੇ ਇਹ INS ਕਲਵਾਰੀ ਸੀਗਾ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ ਜੀ। The Constitution of India empowers the Supreme Court of India to adjudicate disputes between the center and states through। ਹਾਂਜੀ, ਸੁਪਰੀਮ ਕੋਰਟ ਦੀਆਂ ਕਈ ਤਰ੍ਹਾਂ ਦੀਆਂ ਜੁਰਿਸਡਿਕਸ਼ਨਸ ਹੁੰਦੀਆਂ ਨੇ, ਤੇ ਪੋਲਿਟੀ ਦੇ ਵੀਡੀਓਜ਼ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜ਼ਰੂਰ, ਤੇ ਉਹ ਵੀ ਬਣਾਵਾਂਗੇ ਛੇਤੀ ਤੋਂ ਛੇਤੀ, ਕੋਸ਼ਿਸ਼ ਕਰਾਂਗੇ। ਰਿਟ ਜੁਰਿਸਡਿਕਸ਼ਨ ਹੁੰਦੀ ਆ, ਐਪਲੇਟ ਹੁੰਦੀ ਆ, ਐਡਵਾਈਜ਼ਰੀ ਹੁੰਦੀ ਆ, ਓਰੀਜਨਲ ਹੁੰਦੀ ਆ। ਸੈਂਟਰ ਤੇ ਸਟੇਟਸ ਦੇ ਜਿਹੜੇ ਡਿਸਪਿਊਟਸ ਨੇ ਉਹ ਓਰੀਜਨਲ ਜੁਰਿਸਡਿਕਸ਼ਨ ਦੇ ਵਿੱਚ ਆਉਂਦੇ ਨੇ ਸੁਪਰੀਮ ਕੋਰਟ ਦੇ, ਠੀਕ ਹੈ ਜੀ। ਨੈਕਸਟ ਕੁਐਸਚਨ ਹੈਗਾ, ਵਿਚ ਆਫ ਦਾ ਫੋਲੋਇੰਗ ਨੈਵੀਗੇਸ਼ਨ ਸਿਸਟਮਸ ਹੈਜ਼ ਬੀਨ ਡਿਵੈਲਪਡ ਬਾਏ ਇੰਡੀਆ। ਹੁਣ ਇਹਨਾਂ ਨੇ ਪੁੱਛਿਆ ਵੀ ਇੰਡੀਆ ਨੇ ਕਿਹੜਾ ਨੈਵੀਗੇਸ਼ਨ ਸਿਸਟਮ ਆ ਜਿਹੜਾ ਡਿਵੈਲਪ ਕੀਤਾ, ਠੀਕ ਆ। ਤੇ ਜਿਵੇਂ GPS ਗਲੋਬਲ ਪੋਜੀਸ਼ਨਿੰਗ ਸਿਸਟਮ ਆ ਉਹ ਅਮਰੀਕਾ ਦਾ, ਠੀਕ ਆ। ਐਵੇਂ ਹੀ ਇੰਡੀਆ ਨੇ ਵੀ ਆਪਣੀ ਇੱਕ ਮਤਲਬ ਕਿ ਕੋਸ਼ਿਸ਼ ਕੀਤੀ ਸੀਗੀ। ਤੇ ਚਾਈਨਾ ਦਾ ਜਿਵੇਂ ਬੈਡੂ ਆ, ਹੈ ਨਾ। ਤੇ ਇੰਡੀਆ ਦਾ ਹੈਗਾ ਨੈਵਿਕ, ਠੀਕ ਆ। ਨੈਵਿਕ ਦੀ ਤੁਹਾਨੂੰ ਫੁੱਲ ਫਾਰਮ ਦੱਸ ਦਿੰਦਾ ਵੈਸੇ ਜੇ ਨਹੀਂ ਪਤਾ, ਨੈਵੀਗੇਸ਼ਨ ਵਿਦ ਇੰਡੀਅਨ ਕੌਂਸਟਲੇਸ਼ਨ। ਹਾਂਜੀ, ਨੈਕਸਟ ਕੁਐਸਚਨ ਦੇਖਦੇ ਹਾਂ। ਕੋਸ਼ਿਸ਼ ਕੀਤੀ ਹੈ ਮੈਂ ਥੋੜ੍ਹਾ ਜਿਹਾ ਇੰਪ੍ਰੈਸਿਵ ਬਣਾਉਣ ਦੀ ਸਲਾਈਡਸ ਨੂੰ, ਨਾ ਇਫੈਕਟ ਜੇ ਲਾਏ ਨੇ, ਪਤਾ ਨਹੀਂ ਤੁਹਾਨੂੰ ਪਸੰਦ ਆਉਣਗੇ ਪਤਾ ਨਹੀਂ ਨਾ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ। ਥੋੜ੍ਹੀ ਜਿਹੀ ਅਟਰੈਕਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਨੈਕਸਟ ਕੁਐਸਚਨ ਦੇਖਦੇ ਹਾਂ। ਇਨ ਇੰਡੀਆ ਹੂ ਇਜ਼ ਦਾ ਚੇਅਰਮੈਨ ਆਫ ਨੈਸ਼ਨਲ ਵਾਟਰ ਰਿਸੋਰਸਿਸ ਕਾਊਂਸਲ। ਹਾਂਜੀ, ਇੱਦਾਂ ਦੇ ਕੁਐਸਚਨ ਆ ਜਾਂਦੇ ਕਈ ਵਾਰ, ਹੈ ਨਾ, ਐਗਜ਼ਾਮ ਦੇ ਵਿੱਚ, ਅਤੇ PPSC ਦੇ ਵਿੱਚ ਨੈਗੇਟਿਵ ਮਾਰਕਿੰਗ ਹਾਲੇ ਤੱਕ ਤਾਂ ਨਹੀਂ ਹੁੰਦੀ, ਤੇ ਮੋਸਟ ਪ੍ਰੋਬੇਬਲੀ ਕੰਟੀਨਿਊ ਰਹੂਗੀ। ਬਾਕੀ ਹੋ ਸਕਦਾ ਚੇਂਜ ਹੋ ਜਾਏ, ਕਿਉਂਕਿ UPSC ਦੇ ਪੈਟਰਨ 'ਤੇ ਜੇ ਕਰਨਗੇ ਤਾਂ ਚੇਂਜ ਵੀ ਹੋ ਸਕਦੀ ਆ। ਤਾਂ ਉੱਥੇ ਆਪਾਂ ਤੁੱਕਾ ਜ਼ਰੂਰ ਲਾ ਸਕਦੇ ਹਾਂ, ਕਿਉਂਕਿ ਜਦੋਂ ਨੈਗੇਟਿਵ ਮਾਰਕਿੰਗ ਹੁੰਦੀ ਨਹੀਂ ਤਾਂ ਆਪਾਂ ਤੁੱਕਾ ਵੀ ਲਾ ਸਕਦੇ ਹਾਂ। ਤੇ ਜ਼ਿਆਦਾਤਰ ਕੇਸਿਸ ਦੇ ਵਿੱਚ ਇੱਦਾਂ ਦੇ ਕੁਐਸਚਨਸ ਦਾ ਜੋ ਆਨਸਰ ਆ ਉਹ ਪ੍ਰਾਈਮ ਮਿਨਿਸਟਰ ਹੀ ਹੁੰਦਾ, ਠੀਕ ਆ। ਤਾਂ ਇਸ ਕੁਐਸਚਨ ਦਾ ਆਨਸਰ ਵੀ ਪ੍ਰਾਈਮ ਮਿਨਿਸਟਰ ਹੀ ਹੈ। ਚਲੋ ਅੱਗੇ ਕੰਟੀਨਿਊ ਕਰਦੇ ਹਾਂ। ਛੇਤੀ ਤੋਂ ਛੇਤੀ ਮਤਲਬ ਕਿ ਖ਼ਤਮ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਟਾਈਮ ਵੀ ਘੱਟ ਕੰਜ਼ਿਊਮ ਹੁੰਦਾ, ਅਤੇ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ। ਇਹ ਕੁਐਸਚਨਸ ਨੇ ਜਿਹੜੇ ਇਹ ਰਿਪੀਟ 'ਤੇ ਤੁਸੀਂ ਇਹਨਾਂ ਨੂੰ ਸੁਣੋ, ਠੀਕ ਆ। ਜੇ ਇੱਕ ਵਾਰ ਤੁਹਾਨੂੰ ਨਹੀਂ ਯਾਦ ਹੁੰਦੇ ਤੇ ਆਪ ਹੀ ਦਿਮਾਗ ਦੇ ਵਿੱਚ ਬਹਿ ਜਾਂਦੇ ਨੇ। ਵਿਚ ਕੰਟਰੀ ਹੈਜ਼ ਬਿਕਮ ਦਾ ਫਸਟ ਕੰਟਰੀ ਟੂ ਗ੍ਰਾਂਟ ਸਿਟੀਜ਼ਨਸ਼ਿਪ ਟੂ ਅ ਰੋਬੋਟ। ਹੁਣ ਇਹ ਕਰੰਟ ਦਾ ਕੁਐਸਚਨ ਸੀਗਾ ਉਸ ਟਾਈਮ ਦਾ, ਵੈਸੇ ਪਾਉਣ ਦਾ ਮਕਸਦ ਇਹੀ ਸੀਗਾ ਵੀ ਤਾਂ ਜੋ ਕਰੰਟ ਦੀ ਇੰਪੋਰਟੈਂਸ ਵੀ ਇੱਕ ਜ਼ਰੂਰੀ ਆ, ਹੈ ਨਾ, ਉਹ ਵੀ ਆਪਾਂ ਨੂੰ ਪਤਾ ਲੱਗਦੀ ਰਹਿਣੀ ਚਾਹੀਦੀ ਆ।
ਤੇ ਵੀਡੀਓਜ਼ ਕਰੰਟ ਦੀਆਂ ਵੀ ਅਪਲੋਡ ਹੈਗੀਆਂ, ਉੱਪਰ ਕਾਰਡ ਵੀ ਤੁਸੀਂ ਦੇਖ ਸਕਦੇ ਹੋ, ਆ ਜਾਊਗਾ ਤੁਹਾਡੀ ਸਕਰੀਨ ਦੇ ਉੱਤੇ। ਤੇ ਉਸ ਟਾਈਮ ਸਾਊਦੀ ਅਰਬ ਨੇ ਦਿੱਤੀ ਸੀਗੀ ਤੇ ਰੋਬੋਟ ਨੂੰ ਇੱਕ ਸਿਟੀਜ਼ਨਸ਼ਿਪ, ਠੀਕ ਹੈ ਜੀ। ਰਿਆਦ ਕੈਪੀਟਲ ਤੇ ਰਿਆਲ ਚੱਲਦੇ ਆ ਉੱਥੇ, ਕਰੰਸੀ ਹੈ ਜਿਹੜੀ। ਹਾਂਜੀ, ਅੱਗੇ ਕੁਐਸਚਨ ਹੈਗਾ ਜੈਤੋ ਮੋਰਚਾ। ਹੁਣ ਜੈਤੋ ਦਾ ਮੋਰਚਾ ਨਾਭਾ ਰਿਆਸਤ ਦੇ ਨਾਲ ਸੰਬੰਧਿਤ ਆ, ਬਹੁਤ ਹੀ ਦੇਸ਼ ਭਗਤ ਰਾਜੇ ਸੀਗੇ ਨਾਭਾ ਰਿਆਸਤ ਦੇ। ਤੇ ਵਾਜ਼ ਫॉर ਵਿਚ ਵਨ ਆਫ ਦਾ ਫੋਲੋਇੰਗ, ਕੁਐਸਚਨ ਪੁੱਛਿਆ ਸੀ ਇਹਨਾਂ ਨੇ, ਹੈ ਨਾ। ਤੇ ਮਹਾਰਾਜਾ ਰਿਪੁਦਮਨ ਸਿੰਘ ਜੀ ਸੀਗੇ ਨਾਭਾ ਦੇ, ਬਹੁਤ ਹੀ ਫੇਮਸ ਤੇ ਦੇਸ਼ ਭਗਤ ਰੂਲਰ ਰਹੇ ਨੇ। ਤੇ ਉਹਨਾਂ ਨੂੰ ਮਤਲਬ ਕਿ ਰੀਸਟੋਰ ਕਰਨ ਵਾਸਤੇ ਉਹਨਾਂ ਨੂੰ ਗੱਦੀ ਤੋਂ ਲਾਤਾ ਸੀਗਾ ਅੰਗਰੇਜ਼ਾਂ ਨੇ, ਤੇ ਉਹਦੇ ਖਾਤਰ ਹੀ ਜੈਤੋ ਦਾ ਮੋਰਚਾ ਲੱਗਿਆ ਸੀ। ਤੇ ਕੋਸ਼ਿਸ਼ ਕਰਾਂਗੇ ਜੈਤੋ ਦੇ ਮੋਰਚੇ ਤੇ, ਗੁਰੂ ਕੇ ਬਾਗ ਦੇ ਮੋਰਚੇ ਤੇ ਵੀਡੀਓ ਬਣਾਉਣ ਦੀ ਨਾਨਾ ਜੀ ਨਾਲ ਬੈਠ ਕੇ। ਤੇ ਉਹ ਵੀ ਆਪਾਂ ਨੇ ਵੀਡੀਓਜ਼ ਕਈ ਅਪਲੋਡ ਕੀਤੀਆਂ ਹੋਈਆਂ ਨੇ, ਜੇ ਨਹੀਂ ਦੇਖੀਆਂ ਤੁਸੀਂ ਉਹ ਵੀ ਦੇਖ ਸਕਦੇ ਹੋ, ਹੈ ਨਾ। ਚਲੋ ਨੈਕਸਟ ਕੁਐਸਚਨ, ਹੂ ਇਜ਼ ਦਾ ਚੇਅਰਮੈਨ ਆਫ ਪੰਜਾਬ ਕਲਾ ਪ੍ਰੀਸ਼ਦ। ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਉਸ ਟਾਈਮ ਬਣੇ ਸੀ ਸੁਰਜੀਤ ਪਾਤਰ ਜੀ, ਤੇ ਹੁਣ ਵੀ ਇਹੀ ਨੇ। ਤੇ ਨਵਜੋਤ ਸਿੰਘ ਸਿੱਧੂ ਜੀ ਨੇ ਹੀ ਇਹਨਾਂ ਨੂੰ ਮਤਲਬ ਕਿ ਖੁਦ ਚਾਰਜ ਦਿੱਤਾ ਸੀਗਾ। ਇਹ ਵੀ ਉਸ ਟਾਈਮ ਕਰੰਟ ਦਾ ਕੁਐਸਚਨ ਸੀ, ਠੀਕ ਆ। ਤੇ ਕਰੰਟ ਦੇ ਕੁਐਸਚਨ ਮਤਲਬ ਕਿ ਕਾਫੀ ਇੰਪੋਰਟੈਂਟ ਨੇ, ਤੇ ਪੰਜਾਬ ਵਾਲੇ ਕਾਫੀ ਪਾ ਦਿੰਦੇ ਆ, ਪਿਛਲੇ 3-4 ਮਹੀਨਿਆਂ ਦੇ ਤਾਂ ਖਾਸ ਕਰਕੇ ਜ਼ਰੂਰੀ ਹੋ ਜਾਂਦੇ ਨੇ। ਨੈਕਸਟ ਹੈਗਾ ਦਾ ਕਾਮਨ ਟੀਵੀ ਰਿਮੋਟ ਕੰਟਰੋਲ ਯੂਜ਼ਸ ਵਿੱਚ ਆਫ ਦਾ ਫੋਲੋਇੰਗ ਵੇਵਸ। ਹਾਂਜੀ, ਸਾਇੰਸ ਦੀ ਸੀਰੀਜ਼ ਆਪਾਂ ਸ਼ੁਰੂ ਕੀਤੀ ਹੋਈ ਆ, ਉਹਦੇ 'ਚ ਇੱਦਾਂ ਦੇ ਕੁਐਸਚਨ ਡਿਸਕਸ ਕੀਤੇ ਆਪਾਂ ਆਲਰੇਡੀ। ਤੇ ਇਨਫਰਾਰੈਡ ਵੇਵਸ ਹੁੰਦੀਆਂ ਨੇ, ਜੇ ਤੁਹਾਨੂੰ ਨਹੀਂ ਪਤਾ, ਟੀਵੀ ਦੇ ਜਿਹੜੇ ਰਿਮੋਟ ਕੰਟਰੋਲ ਦੇ ਵਿੱਚ ਇਨਫਰਾਰੈਡ ਵੇਵਸ ਯੂਜ਼ ਹੁੰਦੀਆਂ। ਹਾਂਜੀ, ਕੁਐਸਚਨ ਹੈਗਾ ਗਾਂਧੀ ਸੈਂਟ ਐਨ 11 ਪੁਆਇੰਟ ਅਲਟੀਮੇਟਮ ਟੂ ਇਰਵਿਨ ਬਿਫੋਰ ਸਟਾਰਟਿੰਗ ਦਾ ਸਿਵਲ ਡਿਸਓਬੀਡੀਐਂਸ ਮੂਵਮੈਂਟ। ਹਾਂਜੀ, ਸਿਵਲ ਡਿਸਓਬੀਡੀਐਂਸ ਮੂਵਮੈਂਟ ਜਿਹੜੀ ਕਿ 1930 ਦੇ ਵਿੱਚ ਗਾਂਧੀ ਨੇ ਸਟਾਰਟ ਕੀਤੀ, ਹੈ ਨਾ। ਤੇ ਡਾਂਡੀ ਮਾਰਚ ਕਹਿਣ ਦਾ ਭਾਵ ਹੋ ਗਿਆ। ਤੇ ਇਹਨਾਂ ਦੇ ਵਿੱਚੋਂ ਮਤਲਬ ਕਿ ਉਦੋਂ ਇਹਨਾਂ ਨੇ 11 ਪੁਆਇੰਟ ਅਲਟੀਮੇਟਮ ਭੇਜਿਆ ਸੀਗਾ, ਉਦੋਂ ਇਰਵਿਨ ਸੀਗਾ ਜੋ ਆਪਣਾ ਵਾਇਸਰਾਏ ਸੀਗਾ। ਤੇ ਵਿਚ ਆਫ ਦਾ ਫੋਲੋਇੰਗ ਵਾਜ਼ ਨਾਟ ਇਨਕਲੂਡਡ ਇਨ ਇਟ। ਇਹਨਾਂ ਦੇ ਵਿੱਚੋਂ ਕਿਹੜਾ ਪੁਆਇੰਟ ਨਹੀਂ ਸੀਗਾ? 50% ਰਿਡਕਸ਼ਨ ਇਨ ਲੈਂਡ ਰੈਵਨਿਊ ਐਂਡ ਐਬੋਲਿਸ਼ਨ ਆਫ ਸਾਲਟ ਟੈਕਸ ਐਂਡ ਗੌਰਮੈਂਟ ਸਾਲਟ ਮੋਨੋਪਲੀ, ਇਹ ਤਾਂ ਹੈਗਾ ਸੀ। 50% ਕੱਟ ਇਨ ਮਿਲਟਰੀ ਐਕਸਪੈਂਡੀਚਰ ਐਂਡ ਸਿਵਲ ਐਡਮਿਨਿਸਟ੍ਰੇਸ਼ਨ, ਇਹ ਵੀ ਸੀਗਾ। ਪ੍ਰੋਹੀਬਿਸ਼ਨ ਆਫ ਕੌ ਸਲੌਟਰ ਐਂਡ ਯੂਜ਼ ਆਫ ਖਾਦੀ, ਇਹ ਦੇਖ ਕੇ ਲੱਗਦਾ ਵੀ ਗਾਂਧੀ ਨੇ ਇਹ ਜ਼ਰੂਰ ਮੰਗ ਕੀਤੀ ਹੋਊਗੀ, ਪਰ ਇਹੀ ਸੀਗਾ ਜੋ ਮਤਲਬ ਕਿ ਜਿਹਦੀ ਮੰਗ ਨਹੀਂ ਸੀਗੀ। ਰਿਲੀਜ਼ ਆਫ ਆਲ ਪੋਲੀਟੀਕਲ ਪ੍ਰਿਜ਼ਨਰਸ ਹੈਗਾ ਸੀ, ਪਰ ਭਗਤ ਸਿੰਘ ਉਹਨਾਂ ਦਾ ਨਾਮ ਉਹਦੇ 'ਚ ਤਾਂ ਨਹੀਂ ਸੀਗਾ ਕਿਉਂਕਿ ਉਹ ਡੈਥ ਰੋ 'ਤੇ ਸੀਗੇ। ਤੇ ਇਹ ਵੀ ਮਤਲਬ ਕਿ ਕੰਟਰੋਵਰਸੀ ਚੱਲਦੀ ਆ, ਖਾਸ ਕਰਕੇ ਪੰਜਾਬ ਵਾਲੇ ਆਪਣੇ ਸਾਰੀ ਆਪਾਂ ਕਹਿੰਦੇ ਆ ਵੀ ਨਹੀਂ ਕੋਸ਼ਿਸ਼ ਕੀਤੀ, ਹੈ ਨਾ, ਵੀ ਗਾਂਧੀ ਨੂੰ ਆਪਣਾ ਭਗਤ ਸਿੰਘ ਨੂੰ ਬਚਾਇਆ ਜਾ ਸਕਦਾ ਸੀਗਾ, ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ। ਪਤਾ ਨਹੀਂ, ਚਲੋ ਉਹਨਾਂ ਦਾ ਉਦੋਂ ਕੀ ਸੀਗਾ ਹਿਸਾਬ ਕਿਤਾਬ। ਤੇ ਰਿਲੀਜ਼ ਆਫ ਆਲ ਪੋਲੀਟੀਕਲ ਪ੍ਰਿਜ਼ਨਰਸ, ਤੇ ਇਹਦਾ ਜੋ ਆਨਸਰ ਆ ਪ੍ਰੋਹੀਬਿਸ਼ਨ ਆਫ ਕੌ ਸਲੌਟਰ ਐਂਡ ਯੂਜ਼ ਆਫ ਖਾਦੀ, ਠੀਕ ਆ। ਇਹ ਪੁਆਇੰਟ ਨਹੀਂ ਇਨਕਲੂਡਡ ਸੀਗਾ। ਨੈਕਸਟ ਦੇਖਦੇ ਹਾਂ, ਦਾ ਗਦਰ ਵਾਜ਼ ਆ। ਗਦਰ ਕੀ ਸੀਗਾ ਇਹਨਾਂ ਦੇ ਵਿੱਚੋਂ? ਰੈਵੋਲੂਸ਼ਨਰੀ ਐਸੋਸੀਏਸ਼ਨ ਆਫ ਇੰਡੀਅਨਸ ਵਿਦ ਹੈੱਡਕੁਆਟਰਸ ਐਟ ਸੈਨ ਫਰਾਂਸਿਸਕੋ। ਹਾਂਜੀ, ਇਹੀ ਆਨਸਰ ਬਣਦਾ ਇਹਦਾ, ਠੀਕ ਆ। ਗਦਰੀ ਬਾਬਿਆਂ ਨੇ ਪਾਰਟੀ ਬਣਾਈ ਹੋਈ ਸੀਗੀ, ਤੇ ਲਾਲਾ ਹਰਦਿਆਲ ਜੀ ਇਹਨਾਂ ਦੇ ਪ੍ਰੈਜ਼ੀਡੈਂਟ ਸੀਗੇ, ਬਾਬਾ ਸੋਹਣ ਸਿੰਘ ਭਕਨਾ ਜੀ, ਸਾਰੇ ਮਤਲਬ ਕਾਮਾਗਾਟਾ ਮਾਰੂ ਨਾਲ ਸੰਬੰਧਿਤ ਉਹ ਵੀ ਬੰਦੇ ਸਾਰੇ ਗਦਰ ਪਾਰਟੀ ਨਾਲ ਬਿਲੋਂਗ ਕਰਦੇ ਸੀ। ਤੇ ਇਹਦਾ ਆਨਸਰ ਤਾਂ ਸਿੰਪਲ ਜਿਹੀ ਸਿੱਧਾ ਹੈ ਨਾ। ਤੇ ਚਲੋ ਇਸ ਤੋਂ ਬਾਅਦ ਅੱਗੇ ਦੇਖਦੇ ਹਾਂ ਆਪਾਂ ਨੈਕਸਟ ਕੁਐਸਚਨ। ਤੇ WWF ਵਾਲਾ ਜਿਹੜਾ ਕੁਐਸਚਨ ਕੀਤਾ ਸੀ, ਉਹਨਾਂ ਦੇ ਪ੍ਰੈਜ਼ੀਡੈਂਟ ਇਸ ਟਾਈਮ ਪਵਨ ਸੁਖਦੇਵ ਜੀ ਨੇ, ਉਹ ਵੀ ਇੰਡੀਅਨ ਇਕੋਨਮਿਸਟ ਨੇ, ਉਹ ਵੀ ਤੁਸੀਂ ਯਾਦ ਰੱਖ ਲਿਓ। ਨੈਕਸਟ ਕੁਐਸਚਨ, ਵਿਚ ਵਨ ਆਫ ਦਾ ਫੋਲੋਇੰਗ ਬਿਗੈਨ ਵਿਦ ਦਾ ਡਾਂਡੀ ਮਾਰਚ। ਹੁਣ ਡਾਂਡੀ ਮਾਰਚ 1930 ਦੇ ਵਿੱਚ ਸ਼ੁਰੂ ਹੋਇਆ ਸੀ, ਤੇ ਉਦੋਂ ਕੀ ਸ਼ੁਰੂ ਹੋਇਆ ਡਾਂਡੀ ਮਾਰਚ ਦੇ ਨਾਲ? ਉਹ ਆਪਾਂ ਆਲਰੇਡੀ ਡਿਸਕਸ ਕਰ ਲਿਆ, ਸਿਵਲ ਡਿਸਓਬੀਡੀਐਂਸ ਮੂਵਮੈਂਟ ਯਾਨੀ ਕਿ CDM। ਨੈਕਸਟ ਕੁਐਸਚਨ ਦੇਖਦੇ ਹਾਂ, ਹੂ ਅਮੰਗ ਦਾ ਫੋਲੋਇੰਗ ਯੂਜ਼ਡ ਦਾ ਫਰੇਜ਼ ਅਨਬ੍ਰਿਟਿਸ਼ ਟੂ ਕ੍ਰਿਟੀਸਾਈਜ਼ ਦੀ ਇੰਗਲਿਸ਼ ਕਲੋਨੀਅਲ ਕੰਟਰੋਲ ਆਫ ਇੰਡੀਆ। ਅਨਬ੍ਰਿਟਿਸ਼ ਫਰੇਜ਼ ਯੂਜ਼ ਕੀਤੀ ਸੀਗੀ ਦਾਦਾ ਭਾਈ ਨੌਰੋਜੀ ਨੇ ਆਪਣੀ ਕਿਤਾਬ ਪਾਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ, ਠੀਕ ਆ। ਇਹ ਮਤਲਬ ਕਿ ਇੱਕ ਤਰ੍ਹਾਂ ਨਾਲ ਅੰਗਰੇਜ਼ਾਂ ਨੂੰ ਐਕਸਪੋਜ਼ ਕੀਤਾ ਸੀ, ਡਰੇਨ ਆਫ ਵੈਲਥ ਦੀ ਥਿਊਰੀ ਦਿੱਤੀ ਸੀਗੀ ਵੀ ਕਿਵੇਂ ਇੰਡੀਆ ਦੇ ਵਿੱਚੋਂ ਪੈਸਾ
ਇੰਡੀਅਨ ਜਿਹੜੀ ਮਨੀ ਆ ਆਪਣੀ ਖੂਨ ਪਸੀਨੇ ਦੀ ਜਿਹੜੀ ਕਮਾਈ ਆ ਉਹ ਇੰਗਲੈਂਡ ਦੇ ਵਿੱਚ ਜਾ ਰਹੀ ਆ, ਅਤੇ ਉਹ ਐਕਸਪੋਜ਼ ਕੀਤਾ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਅੰਗਰੇਜ਼ਾਂ ਨੂੰ। ਅਤੇ ਇਕੱਲੇ ਦਾਦਾ ਭਾਈ ਨੌਰੋਜੀ ਨਹੀਂ, 2-3 ਬੰਦੇ ਸੀਗੇ ਜਿਨ੍ਹਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਇਸ ਦੇ ਵਿੱਚ, ਅਤੇ ਆਪਾਂ ਅੱਗੇ ਡਿਸਕਸ ਕਰਾਂਗੇ। ਅਤੇ ਇੰਪੋਰਟੈਂਟ ਜਿਹੜੀਆਂ ਇਹ ਕਿਤਾਬਾਂ ਨੇ ਇਹਨਾਂ 'ਤੇ ਵੀ ਕੋਸ਼ਿਸ਼ ਕਰਾਂਗੇ, ਇੱਕ ਵੀਡੀਓ ਬਣਾਵਾਂਗੇ ਛੇਤੀ ਤੋਂ ਛੇਤੀ। ਹਾਂਜੀ, ਅੱਗੇ ਦੇਖਦੇ ਹਾਂ ਕੁਐਸਚਨ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਹਾਂਜੀ, ਹਿਸਟਰੀ ਦਾ ਹੀ ਕੁਐਸਚਨ ਆ ਗਿਆ। ਰੋਬਰਟ ਕਲਾਈਵ ਵਾਜ਼ ਦਾ ਫਸਟ ਗਵਰਨਰ ਜਨਰਲ ਆਫ ਬੰਗਾਲ। ਇਹ ਤਾਂ ਗਲਤ ਆ, ਗਵਰਨਰ ਜਨਰਲ ਆਫ ਬੰਗਾਲ ਨਹੀਂ ਸੀਗਾ, ਠੀਕ ਆ, ਇਕੱਲਾ ਗਵਰਨਰ ਸੀਗਾ। ਗਵਰਨਰ ਜਨਰਲ ਪਹਿਲਾ ਬੰਗਾਲ ਦਾ ਵਾਰਨ ਹੇਸਟਿੰਗ ਸੀ। ਉਸ ਤੋਂ ਬਾਅਦ ਵਿਲੀਅਮ ਬੈਂਟਿਕ ਬਿਕੇਮ ਦਾ ਫਸਟ ਗਵਰਨਰ ਜਨਰਲ ਆਫ ਇੰਡੀਆ ਇਨ 1833। ਹਾਂਜੀ, ਇਹ ਬਿਲਕੁਲ ਸਹੀ ਆ, ਵਿਲੀਅਮ ਬੈਂਟਿਕ ਪਹਿਲਾ ਸੀਗਾ ਇੰਡੀਆ ਦਾ ਗਵਰਨਰ ਜਨਰਲ। ਅਤੇ ਇਹਨਾਂ ਦੇ ਵਿੱਚੋਂ ਜਾਣੀ ਕਿ ਪਹਿਲਾ ਗਲਤ, ਦੂਜਾ ਸਹੀ, ਅਤੇ ਸੈਕਿੰਡ ਜਾਣੀ ਕਿ 2 ਓਨਲੀ ਬਣਦਾ ਇਹਦਾ ਆਨਸਰ, ਹੈ ਨਾ। ਚਲੋ ਅੱਗੇ ਚੱਲਦੇ। ਅੰਡਰ ਦਾ ਕੌਂਸਟੀਟਿਊਸ਼ਨ ਆਫ ਇੰਡੀਆ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਅ ਫੰਡਾਮੈਂਟਲ ਡਿਊਟੀ। ਹੁਣ ਇਹਨਾਂ ਦੇ ਵਿੱਚ ਫੰਡਾਮੈਂਟਲ ਡਿਊਟੀ ਕਿਹੜੀ ਨਹੀਂ ਹੈਗੀ? ਅਤੇ ਟੂ ਵੋਟ ਇਨ ਪਬਲਿਕ ਇਲੈਕਸ਼ਨਜ਼, ਟੂ ਡਿਵੈਲਪ ਦਾ ਸਾਇੰਟੀਫਿਕ ਟੈਂਪਰ, ਸੇਫਗਾਰਡ ਪਬਲਿਕ ਪ੍ਰੋਪਰਟੀ, ਅਬਾਈਡ ਬਾਈ ਦਾ ਕੌਂਸਟੀਟਿਊਸ਼ਨ, ਰਿਸਪੈਕਟ ਇਟਸ ਆਈਡੀਅਲਸ। ਦੇਖੋ, ਵੋਟ ਪਾਉਣ ਦਾ ਜਿਹੜਾ ਅਧਿਕਾਰ ਆ ਕੌਂਸਟੀਟਿਊਸ਼ਨ ਦੇ ਅੰਡਰ, ਉਹ ਆਪਣਾ ਲੀਗਲ ਰਾਈਟ ਆ, ਠੀਕ ਆ, ਲੀਗਲ ਰਾਈਟ ਆ ਉਹ, ਅਤੇ ਇਸ ਲਈ ਇਹ ਫੰਡਾਮੈਂਟਲ ਡਿਊਟੀ ਨਹੀਂ ਹੈਗੀ, ਠੀਕ ਆ ਜੀ। ਅਤੇ ਬਾਕੀ ਸਾਰੀਆਂ ਹੈਗੀਆਂ ਨੇ। ਚਲੋ ਅੱਗੇ ਦੇਖਦੇ ਹਾਂ। ਗਲੋਬਲ ਐਗਰੀਮੈਂਟ ਇਨ ਸਪੈਸੀਫਿਕ ਕੰਟਰੋਲ ਸਟ੍ਰੈਟਜੀਜ਼ ਟੂ ਰਿਡਿਊਸ ਦਾ ਰਿਲੀਜ਼ ਆਫ ਓਜ਼ੋਨ ਡਿਪਲੀਟਿੰਗ ਸਬਸਟੈਂਸਿਸ ਵਾਜ਼ ਅਡੋਪਟਡ ਬਾਏ। ਇਹ ਕੁਐਸਚਨ ਆਪਾਂ ਜਿਹੜੀ ਸਾਇੰਸ ਵਾਲੀ ਵੀਡੀਓ ਬਣਾਈ ਸੀ ਉਹ 'ਚ ਆਲਰੇਡੀ ਡਿਸਕਸ ਕਰ ਲਿਆ। ਆਲਮੋਸਟ ਸਿਮੀਲਰ ਕੁਐਸਚਨ। ਮੌਂਟਰੀਅਲ ਪ੍ਰੋਟੋਕੋਲ, ਠੀਕ ਆ, ਗਲੋਬਲ ਵਾਰਮਿੰਗ ਨੂੰ ਮਤਲਬ ਕਿ ਰਿਡਿਊਸ ਕਰਨ ਦੇ ਲਈ, ਓਜ਼ੋਨ ਡਿਪਲੀਟਿੰਗ ਸਬਸਟੈਂਸਿਸ ਦੇ ਲਈ ਇਹ ਮੌਂਟਰੀਅਲ ਦੇ ਵਿੱਚ ਸਾਈਨ ਕੀਤਾ ਗਿਆ ਸੀਗਾ। ਮੌਂਟਰੀਅਲ ਜਗ੍ਹਾ ਹੈਗੀ ਕੈਨੇਡਾ ਦੇ ਵਿੱਚ। ਚਲੋ ਅੱਗੇ ਦੇਖਦੇ ਹਾਂ ਕੁਐਸਚਨ। ਵਾਹ, ਬੜੀ ਘੈਂਟ ਐਨੀਮੇਸ਼ਨ ਸੀ। ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਅਬਾਊਟ ਸਾਈਟਸ। ਹਾਂਜੀ, ਸਾਈਟਸ ਦੀ ਕਨਵੈਨਸ਼ਨ 'ਤੇ ਆਪਾਂ ਆਲਰੇਡੀ ਕਰੰਟ ਦੇ ਵਿੱਚ ਵੀਡੀਓ ਦੇ ਵਿੱਚ ਇੱਕ 'ਚ ਡਿਸਕਸ ਕਰ ਚੁੱਕੇ ਹਾਂ ਸਾਈਟਸ ਕਨਵੈਨਸ਼ਨ ਨੂੰ, ਅਤੇ ਜ਼ਿਆਦਾ ਡਿਟੇਲ 'ਚ ਤਾਂ ਨਹੀਂ ਜਾਵਾਂਗੇ ਸਾਈਟਸ ਦੇ ਉੱਤੇ। ਅਤੇ ਕੁਐਸਚਨ ਪਹਿਲਾਂ ਦੇਖ ਲੈਂਦੇ ਹਾਂ ਆਪਾਂ। ਇਟ ਕੰਟੇਨਸ ਪ੍ਰੋਵੀਜ਼ਨਸ ਟੂ ਪ੍ਰੋਟੈਕਟ ਵਾਈਲਡ ਲਾਈਫ ਸਪੀਸੀਜ਼ ਫਰੋਮ ਇਲੀਗਲ ਟ੍ਰੇਡ, ਹੈਬੀਟੈਟ ਡਿਸਟਰਕਸ਼ਨ ਐਂਡ ਕਲਾਈਮੇਟ ਚੇਂਜ। ਇਟ ਰਿਲੀਜ਼ਿਜ਼ ਰੈੱਡ ਲਿਸਟ ਆਫ ਐਂਡੇਂਜਰਡ ਸਪੀਸੀਜ਼ ਵਿਦ ਦੀ ਹੈਲਪ ਆਫ IUCN। ਨਹੀਂ, ਕੋਈ ਇਹਨਾਂ 'ਚੋਂ ਸਹੀ ਨਹੀਂ ਹੈਗਾ, ਦੋਏ ਗਲਤ ਨੇ। ਅਤੇ ਇਸ ਲਈ ਤੁਹਾਨੂੰ ਦੱਸ ਵੀ ਦਿੰਦਾ ਥੋੜ੍ਹਾ ਜਿਹਾ, ਕਿਉਂਕਿ ਇਹ ਦੋ ਹੀ ਗਲਤ ਹੋ ਗਿਆ ਨਾ। ਅਤੇ ਸਾਈਟਸ ਜਿਹੜੀ ਕਨਵੈਨਸ਼ਨ ਆ ਉਹ ਮਤਲਬ ਕਿ ਵਾਈਲਡ ਲਾਈਫ ਦੇ ਨਾਲ ਹੀ ਸੰਬੰਧਿਤ ਆ, ਫਲੋਰਾ ਅਤੇ ਫੌਨਾ ਦੇ ਨਾਲ, ਜਾਣੀ ਕਿ ਐਨੀਮਲਸ ਦੇ ਨਾਲ ਵੀ ਅਤੇ ਪਲਾਂਟਸ ਦੇ ਨਾਲ ਵੀ। ਅਤੇ ਉਹਨਾਂ ਦੇ ਉੱਤੇ ਜਿਹੜੀ ਰਿਸਰਚ ਨਿਰੰਤਰ ਚੱਲਦੀ ਰਹਿੰਦੀ ਆ, ਉਹਨਾਂ ਦੇ ਨਾਲ ਜਿਹੜੀ ਸਪੀਸ਼ੀਜ਼ ਜਿਹੜੀ ਕਿ ਜਿਹਦੇ 'ਤੇ ਰਿਸਰਚ ਚੱਲਦੀ ਆ, ਠੀਕ ਆ, ਉਹ ਕਿਸੇ ਵੀ ਤਰੀਕੇ ਦੇ ਨਾਲ ਮਤਲਬ ਐਕਸਟਿੰਕਟ ਨਾ ਹੋ ਜਾਵੇ, ਠੀਕ ਆ, ਅਲੋਪ ਨਾ ਹੋ ਜਾਵੇ। ਅਤੇ ਉਹਨੂੰ ਹੀ ਮੇਕ ਸ਼ੋਰ ਕਰਨ ਵਾਸਤੇ ਇਹ ਸਾਈਟਸ ਕਨਵੈਨਸ਼ਨ ਜਿਹੜੀ ਸੀਗੀ ਇਹ ਸਾਈਨ ਕੀਤੀ ਗਈ ਸੀ, ਠੀਕ ਹੈ ਜੀ। ਅਤੇ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਇਹਦੇ 'ਤੇ, ਠੀਕ ਹੈ। ਇਹਨਾਂ ਦੇ ਵਿੱਚੋਂ ਦੋਨੇ ਹੀ ਗਲਤ ਨੇ ਇਹ। ਉਸ ਤੋਂ ਬਾਅਦ ਨੈਕਸਟ ਕੁਐਸਚਨ। ਵਿਚ ਆਫ ਦਾ ਫੋਲੋਇੰਗ ਸਪੀਸੀਜ਼ ਇਨ ਇੰਡੀਆ ਆਰ ਕ੍ਰਿਟੀਕਲੀ ਐਂਡੇਂਜਰਡ। ਅਤੇ ਸਾਈਟਸ, ਹਾਂ, ਮੌਂਟਰੀਐਕਸ ਰਿਕਾਰਡ ਬਾਰੇ ਵੀ ਸ਼ਾਇਦ ਅੱਗੇ ਕੁਐਸਚਨ ਹੈਗਾ ਇੱਕ। ਚਲੋ ਪਹਿਲਾਂ ਕੁਐਸਚਨ ਦੇਖਦੇ ਹਾਂ। ਵਿਚ ਆਫ ਦਾ ਫੋਲੋਇੰਗ ਸਪੀਸੀਜ਼ ਇਨ ਇੰਡੀਆ ਆਰ ਕ੍ਰਿਟੀਕਲੀ ਐਂਡੇਂਜਰਡ ਅਕੋਰਡਿੰਗ ਟੂ ਰੀਸੈਂਟ IUCN ਰੈੱਡ ਲਿਸਟ। ਉਸ ਟਾਈਮ ਦਾ ਕੁਐਸਚਨ ਸੀਗਾ। ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਸਪੀਸ਼ੀਜ਼ ਤੁਸੀਂ ਤੁਹਾਡੀ ਸਕਰੀਨ ਦੇ ਉੱਤੇ ਹੈਗੀਆਂ ਨੇ, ਗ੍ਰੇਟ ਇੰਡੀਅਨ ਬਸਟਰਡ, ਸਾਈਬੇਰੀਅਨ ਕਰੇਨ, ਬਾਇਰਸ ਪੋਕਾਰਡ ਅਤੇ ਨੀਲਗਿਰੀ ਮਿਸਟਸ, ਇਹ ਸਾਰੀ ਦੀਆਂ ਸਾਰੀਆਂ ਹੀ IUCN ਦੀ ਰੈੱਡ ਲਿਸਟ ਦੇ ਵਿੱਚ ਕ੍ਰਿਟੀਕਲੀ ਐਂਡੇਂਜਰਡ ਕੈਟੇਗਰੀ ਆ। ਮਤਲਬ ਕਿ ਰੈੱਡ ਲਿਸਟ ਦੇ ਵਿੱਚ ਕਈ ਤਰ੍ਹਾਂ ਦੀਆਂ ਕੈਟੇਗਰੀਜ਼ ਨੇ, ਵਲਨਰੇਬਲ, ਠੀਕ ਆ, ਨੋਟ ਥ੍ਰੈਟਨਡ, ਕ੍ਰਿਟੀਕਲੀ ਐਂਡੇਂਜਰਡ। ਅਤੇ ਇਹ ਚਾਰੋਂ ਦੀਆਂ ਚਾਰੇ ਕੈਟੇਗਰੀਜ਼ ਕ੍ਰਿਟੀਕਲੀ ਐਂਡੇਂਜਰਡ ਮਤਲਬ ਕਿ ਬਹੁਤ ਹੀ ਜ਼ਿਆਦਾ ਖਤਰੇ ਦੇ ਵਿੱਚ। ਹਾਂਜੀ, ਅੱਗੇ ਦਾ ਟਰਮ ਗੋਲਡੀਲੌਕਸ ਜ਼ੋਨ। ਗੋਲਡੀਲੌਕਸ ਜ਼ੋਨ ਇੱਕ ਮਤਲਬ ਟਰਮ ਖਾਸ ਕਰਕੇ ਯੂਨੀਵਰਸ ਦੇ ਨਾਲ ਲਾ ਲਓ, ਕੋਸਮੋਲੋਜੀ ਨਾਲ ਲਾ ਲਓ, ਸੰਬੰਧਿਤ ਲਾ ਲਓ, ਹੈ ਨਾ। ਅਤੇ ਇਹ ਕੀ ਆ, ਮਤਲਬ ਆਊਟਰ ਪਲੈਨਟਸ ਦੀ ਸਰਚ ਜਿਹੜੀ ਚੱਲ ਰਹੀ ਆ ਉਹਨੂੰ ਗੋਲਡੀਲੌਕਸ ਜ਼ੋਨ ਮਤਲਬ ਕਿ ਇੱਕ ਇਹੋ ਜਿਹੀ ਜ਼ੋਨ ਆ ਜਿੱਥੇ ਪੋਸੀਬਿਲਿਟੀ ਬਣਦੀ ਆ, ਠੀਕ ਆ। ਅਤੇ ਸਰਚ ਫॉर ਅਰਥ ਲਾਈਕ ਪਲੈਨਟਸ ਵੀ ਜਿੱਥੇ ਜਨ ਜੀਵਨ
ਜਿਵੇਂ ਅਰਥ ਦੇ ਉੱਤੇ ਸੰਭਵ ਆ ਤੇ ਉੱਦਾਂ ਹੀ ਉੱਥੇ ਗੋਲਡੀਲੌਕਸ ਜ਼ੋਨ ਦੇ ਵਿੱਚ ਸੰਭਵ ਹੋ ਸਕਦਾ ਕਿਸੇ ਵੀ ਪਲੈਨਟ ਦੇ ਉੱਤੇ, ਠੀਕ ਆ। ਉਹਦੇ ਨਾਲ ਇਹ ਸੰਬੰਧਿਤ ਆ ਟਰਮ ਗੋਲਡੀਲੌਕਸ ਜ਼ੋਨ, ਕਾफ़ी ज़्यादा ਇੰਪੋਰਟੈਂਟ ਆ ਇਹ। ਕਈ ਪੇਪਰਾਂ ਦੇ ਵਿੱਚ ਇਹ ਕੁਐਸਚਨ ਰਿਪੀਟ ਹੋ ਚੁੱਕੇ ਆ, ਠੀਕ ਆ। ਤੇ ਨਾ ਇਕੱਲਾ PPSC ਦੇ ਲਈ ਨਹੀਂ, ਬਾਕੀ ਸਾਰੇ ਪੇਪਰਾਂ ਦੇ ਲਈ ਵੀ ਇੱਦਾਂ ਦੇ ਕੁਐਸਚਨ ਜ਼ਰੂਰੀ ਹੋ ਜਾਂਦੇ ਨੇ। ਉਸ ਤੋਂ ਬਾਅਦ ਇਫ ਆ ਵੈਟਲੈਂਡ ਆਫ ਇੰਟਰਨੈਸ਼ਨਲ ਇੰਪੋਰਟੈਂਸ ਇਜ਼ ਬਰੌਟ ਅੰਡਰ ਦਾ ਮੌਂਟਰੀਅਕਸ ਰਿਕਾਰਡ। ਹਾਂਜੀ ਆ ਗਿਆ ਮੌਂਟਰੀਅਕਸ ਰਿਕਾਰਡ। ਮੌਂਟਰੀਅਕਸ ਵੀ ਇੱਕ ਜਗ੍ਹਾ ਦਾ ਨਾਮ ਆ ਜੋ ਕਿ ਸਵਿਟਜ਼ਰਲੈਂਡ 'ਚ। ਵਟ ਡਜ਼ ਇਟ ਇੰਪਲਾਈ? ਕਹਿੰਦਾ ਜਦੋਂ ਕਿਸੇ ਵੈਟਲੈਂਡ ਕੋਈ ਵੀ ਮੌਂਟਰੀਅਕਸ ਰਿਕਾਰਡ ਦੇ ਅੰਡਰ ਆ ਜਾਂਦੀ ਹੈ ਤਾਂ ਉਹਦਾ ਕੀ ਮਤਲਬ ਆ, ਕੀ ਮਤਲਬ ਮੌਂਟਰੀਅਕਸ ਰਿਕਾਰਡ ਕੀ ਦਰਸਾਉਂਦਾ। ਦੇਖ ਲੈਂਦੇ ਹਾਂ ਆਪਾਂ ਆਪਸ਼ਨ ਆ। ਚੇਂਜਸ ਇਨ ਈਕੋਲੋਜੀਕਲ ਕਰੈਕਟਰ ਹੈਵ ਅਕਰਡ, ਆਰ ਅਕਰਿੰਗ ਔਰ ਆਰ ਲਾਈਕਲੀ ਟੂ ਅਕਰ ਇਨ ਦਾ ਵੈਟਲੈਂਡ ਐਜ਼ ਅ ਰਿਜ਼ਲਟ ਆਫ ਹਿਊਮਨ ਇੰਟਰਫੇਰੈਂਸ। ਹਾਂਜੀ ਹਿਊਮਨ ਇੰਟਰਫੇਰੈਂਸ ਇਹੀ ਇਹਦਾ ਮਤਲਬ ਕਿ ਜੋ ਸਹੀ ਆਨਸਰ ਬਣਦਾ। ਇਹਦਾ ਕਹਿਣ ਦਾ ਭਾਵ ਆ ਵੀ ਹਿਊਮਨ ਇੰਟਰਫੇਰੈਂਸ ਦੇ ਨਾਲ, ਠੀਕ ਆ, ਆਪਣੀ ਇੰਟਰਫੇਰੈਂਸ ਦੇ ਨਾਲ ਈਕੋਲੋਜੀਕਲ ਕਰੈਕਟਰ ਦੇ ਵਿੱਚ ਜਿਹੜੀਆਂ ਚੇਂਜਸ ਵੈਟਲੈਂਡ ਦੇ ਵਿੱਚ ਆਈਆਂ ਨੇ, ਆ ਰਹੀਆਂ ਨੇ, ਅਤੇ ਇਹੀ ਉਮੀਦ ਆ ਵੀ ਉਹ ਅੱਗੇ ਚੱਲ ਕੇ ਵੀ ਆਉਂਦੀਆਂ ਰਹਿਣਗੀਆਂ, ਠੀਕ ਆ। ਅਤੇ ਮੌਂਟਰੀਅਕਸ ਰਿਕਾਰਡ ਦੇ ਵਿੱਚ ਤਕਰੀਬਨ 40+ ਸਾਈਟਸ ਹੈਗੀਆਂ। ਐਗਜ਼ੈਕਟ ਤੁਸੀਂ ਚੈੱਕ ਕਰ ਲਿਓ, ਗੂਗਲ ਕਰ ਲਿਓ। ਅਤੇ ਇੰਡੀਆ ਦੇ ਵਿੱਚੋਂ 2 ਨੇ। ਇੱਕ ਤਾਂ ਹੈਗੀ ਆ ਕਿਓਲਾਦਿਓ, ਉਹ ਹੈਗੀ ਰਾਜਸਥਾਨ ਦੇ ਵਿੱਚ, ਅਤੇ ਦੂਸਰੀ ਸਾਈਟ ਹੈਗੀ ਆ ਜਿਹੜੀ ਉਹ ਹੈਗੀ ਲੋਕਟਕ ਲੇਕ, ਜਿਹੜੀ ਕਿ ਮਣੀਪੁਰ ਦੇ ਵਿੱਚ ਆ, ਠੀਕ ਹੈ। ਇਹ 2 ਸਾਈਟਸ ਇੰਡੀਆ ਦੀਆਂ ਨੇ, ਇਹ ਵੀ ਇੰਪੋਰਟੈਂਟ ਨੇ, ਦੋਨੋਂ ਯਾਦ ਕਰ ਲਿਓ। ਕਈ ਵਾਰ ਆ ਜਾਂਦਾ ਵੀ ਇਹਨਾਂ ਦੇ ਵਿੱਚੋਂ ਕਿਹੜੀ ਸਾਈਟ ਆ ਜਿਹੜੀ ਕਿ ਮੌਂਟਰੀਅਕਸ ਰਿਕਾਰਡ ਦੇ ਵਿੱਚ ਹੈਗੀ ਆ, ਅਤੇ 3 ਹੋਣਗੀਆਂ ਇੱਦਾਂ ਦੀਆਂ ਜਿਹੜੀਆਂ ਨਹੀਂ ਹੋਣਗੀਆਂ, ਅਤੇ ਓਬਵੀਅਸਲੀ ਚੌਥੀ ਹੋਊਗੀ ਅਤੇ ਜਿਹੜੀ ਮਤਲਬ ਹੋਊਗੀ, ਜਾਂ ਇਹਦਾ ਰਿਵਰਸ ਵੀ ਪੁੱਛਿਆ ਜਾ ਸਕਦਾ। ਚਲੋ, in the event of a vacancy in the offices of both the president and the vice president of India, the person who performs the duty of president is। ਇਹ ਤਾਂ ਸੌਖਾ ਜਿਹਾ ਸੀਗਾ ਹੈ ਨਾ। ਅਤੇ ਜਦੋਂ ਕੋਈ ਵੀ ਨਹੀਂ ਐਕਟ ਕਰੂਗਾ ਦੋਨਾਂ ਦੇ ਵਿੱਚੋਂ ਤਾਂ ਇੱਦਾਂ ਦੀ ਕੰਡੀਸ਼ਨ ਵੀ ਆ ਚੁੱਕੀ ਆ ਆਲਰੇਡੀ ਪਹਿਲਾਂ। ਤਾਂ ਚੀਫ ਜਸਟਿਸ ਜਿਹੜਾ ਇੰਡੀਆ ਦਾ ਉਹ ਪ੍ਰੈਜ਼ੀਡੈਂਟ ਦੀਆਂ ਡਿਊਟੀਜ਼ ਨਿਭਾਊਗਾ, ਅਤੇ ਪ੍ਰੈਜ਼ੀਡੈਂਟ ਦੀ ਹੀ ਸੈਲਰੀ ਉਦੋਂ ਡਰॉ ਕਰਨਗੇ ਉਹ। ਅਤੇ M ਹਿਦਾਇਤੁੱਲਾ ਜੀ ਸੀਗੇ ਜਿਹੜੇ ਕਿ ਇਹ ਚੀਫ ਜਸਟਿਸ ਸੀਗੇ ਅਤੇ ਪ੍ਰੈਜ਼ੀਡੈਂਟ ਦੇ ਤੌਰ 'ਤੇ ਐਕਟ ਕਰ ਚੁੱਕੇ ਨੇ ਆਲਰੇਡੀ, ਕਿਉਂਕਿ ਉਦੋਂ ਉਸ ਟਾਈਮ ਜਿਹੜੇ ਆਪਣੇ ਪ੍ਰੈਜ਼ੀਡੈਂਟ ਸੀਗੇ ਉਹਨਾਂ ਦੀ ਡੈਥ ਹੋ ਗਈ ਸੀਗੀ, ਅਤੇ ਉਦੋਂ ਵਾਈਸ ਪ੍ਰੈਜ਼ੀਡੈਂਟ ਫਿਰ ਰਿਜ਼ਾਈਨ ਕਰ ਗਏ ਸੀ ਕਿਉਂਕਿ ਉਹਨਾਂ ਨੇ ਇਲੈਕਸ਼ਨਸ ਲੜਨੀਆਂ ਸੀਗੀਆਂ। ਚਲੋ ਅੱਗੇ ਨੈਕਸਟ ਦੇਖਦੇ। ਕੁਇਟ ਇੰਡੀਆ ਮੂਵਮੈਂਟ ਵਾਜ਼ ਲਾਂਚਡ ਇਨ ਰਿਸਪੌਂਸ ਟੂ। ਹਾਂਜੀ ਕੈਬਨਿਟ ਮਿਸ਼ਨ ਪਲਾਨ 1946 'ਚ ਆਇਆ ਸੀ। ਕੁਇਟ ਇੰਡੀਆ ਮੂਵਮੈਂਟ ਹੋਈ ਸੀਗੀ 1942 ਦੇ ਵਿੱਚ, ਤਾਂ ਇਹ ਤਾਂ ਹੋ ਨਹੀਂ ਸਕਦਾ। ਕ੍ਰਿਪਸ ਪ੍ਰਪੋਜ਼ਲ 1942 'ਚ ਆਇਆ ਸੀ, ਬਿਲਕੁਲ ਇਹ ਪੋਸੀਬਿਲਿਟੀ ਹੈਗੀ ਆ, ਅਤੇ ਆਨਸਰ ਵੀ ਇਹਦਾ ਇਹੀ ਹੈ ਵੈਸੇ। ਸਾਈਮਨ ਕਮਿਸ਼ਨ ਦੀ ਰਿਪੋਰਟ ਬਹੁਤ ਪਹਿਲਾਂ ਆ ਗਈ ਸੀ, ਅਤੇ ਵੇਵਲ ਪਲਾਨ ਵੀ 1942 ਦੇ ਵਿੱਚ ਹੀ ਆਇਆ ਸੀ ਆਈ ਥਿੰਕ। ਅਤੇ ਇਹਦਾ ਜਿਹੜਾ ਆਨਸਰ ਆ ਉਹ ਕ੍ਰਿਪਸ ਪ੍ਰਪੋਜ਼ਲ ਆ। ਦਾ ਰੋਲਟ ਐਕਟ ਏਮਡ ਐਟ। ਹੁਣ ਰੋਲਟ ਐਕਟ ਦਾ ਇਹਨਾਂ ਨੇ ਪੁੱਛਿਆ ਵੀ ਕੀ ਏਮ ਸੀਗਾ, ਠੀਕ ਆ। ਤਾਂ ਜਲਿਆਂਵਾਲਾ ਬਾਗ ਜਿਹੜਾ ਇੰਸੀਡੈਂਟ ਹੋਇਆ ਸੀ ਉਹ ਇਸੇ ਕਰਕੇ ਹੋਇਆ ਸੀਗਾ ਕਿਉਂਕਿ ਡਾਕਟਰ ਸੈਫੂਦੀਨ ਕਿਚਲੂ ਨੂੰ ਅਰੈਸਟ ਕਰ ਲਿਆ ਸੀਗਾ, ਅਤੇ 2 ਜਾਣੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਸੀ। ਅਤੇ ਇੰਪ੍ਰਿਜ਼ਨਮੈਂਟ ਵਿਦਆਊਟ ਟਰਾਇਲ, ਮਤਲਬ ਕਿ ਵੀ ਬਿਨਾਂ ਪੁੱਛੇ ਕਰੇ ਸਿੱਧਾ ਚੱਕ ਕੇ ਲੈ ਜਾਂਦੇ ਸੀਗੇ, ਗ੍ਰਿਫਤਾਰ ਕਰ ਲੈਂਦੇ ਸੀਗੇ, ਠੀਕ ਆ। ਅਤੇ ਕੋਈ ਕਾਰਨ ਨਹੀਂ ਸੀ ਦੱਸਿਆ ਜਾਂਦਾ। ਐਂਡ ਸਮਰੀ ਪ੍ਰੋਸੀਜਰ ਫॉर ਟਰਾਇਲ, ਠੀਕ ਹੈ ਜੀ। ਨੈਕਸਟ ਕੁਐਸਚਨ। ਇਫ ਅ ਪੰਚਾਇਤ ਇਜ਼ ਡਿਜ਼ੋਲਵਡ। ਜਦੋਂ ਕੋਈ ਪੰਚਾਇਤ ਡਿਜ਼ੋਲਵ ਹੋ ਜਾਂਦੀ ਆ ਤਾਂ ਇਲੈਕਸ਼ਨਸ ਕਿੰਨੇ ਟਾਈਮ ਦੇ ਵਿੱਚ ਹੋਣੀਆਂ ਜ਼ਰੂਰੀ ਹੁੰਦੀਆਂ ਨੇ? 6 ਮਹੀਨੇ ਦਾ ਸਮਾਂ ਹੁੰਦਾ ਜੀ। 6 ਮਹੀਨਿਆਂ ਦੇ ਵਿੱਚ ਇਲੈਕਸ਼ਨਸ, ਮੈਕਸੀਮਮ ਟਾਈਮ 6 ਮਹੀਨਿਆਂ ਦਾ ਹੋ ਸਕਦਾ। ਨੈਕਸਟ ਦੇਖਦੇ ਹਾਂ। ਸਵਦੇਸ਼ੀ ਐਂਡ ਬॉयकॉट ਵਰ ਅਡੋਪਟਡ ਐਜ਼ ਮੈਥਡਸ ਆਫ ਸਟਰਗਲ ਫॉर ਦਾ ਫਸਟ ਟਾਈਮ। ਕਦੋਂ ਪਹਿਲੀ ਵਾਰ ਸਵਦੇਸ਼ੀ ਅਤੇ ਬਾਇਕਾਟ ਅਡੋਪਟ ਕੀਤੇ ਗਏ ਸੀ ਐਜ਼ ਅ ਮੈਥਡ ਆਫ ਸਟਰਗਲ, ਠੀਕ ਆ। ਐਜੀਟੇਸ਼ਨ ਅਗੇਂਸਟ ਪਾਰਟੀਸ਼ਨ ਆਫ ਬੰਗਾਲ, ਹੋਮ ਰੂਲ ਮੂਵਮੈਂਟ, ਨੋਨ ਕੋਆਪਰੇਸ਼ਨ, ਜਾਂ ਫਿਰ ਵਿਜ਼ਿਟ ਆਫ ਸਾਈਮਨ ਕਮਿਸ਼ਨ। ਇਹ ਤਾਂ ਬੰਗਾਲ ਦੇ ਦੌਰਾਨ ਹੀ ਬਣਦਾ ਹੈ ਨਾ। ਚਲੋ ਨੈਕਸਟ ਦੇਖਦੇ ਹਾਂ। ਮਾਲਾਬਾਰ ਇਜ਼ ਅ ਨੇਵਲ ਐਕਸਰਸਾਈਜ਼ ਬਿਟਵੀਨ ਇੰਡੀਆ, ਜਾਪਾਨ ਐਂਡ ਤੀਜਾ ਹੈਗਾ ਇਹਨਾਂ ਦੇ ਵਿੱਚੋਂ USA। ਤਿੰਨਾਂ ਦੇ ਵਿੱਚ ਨੇਵਲ ਐਕਸਰਸਾਈਜ਼ ਆ ਮਾਲਾਬਾਰ, ਅਤੇ ਟਾਈਮ ਟੂ ਟਾਈਮ ਕਈ ਹੋਰ ਕੰਟਰੀਜ਼ ਵੀ ਪਾਰਟੀਸਪੇਟ ਕਰਦੀਆਂ ਰਹਿੰਦੀਆਂ। ਪਹਿਲਾਂ ਸਿੰਗਾਪੁਰ ਨੇ ਵੀ ਕੀਤੀ ਹੈ ਸ਼ਿਰਕਤ ਦੇ ਵਿੱਚ,
ਤੇ ਪਿਛਲੇ ਸਾਲ ਆਸਟ੍ਰੇਲੀਆ ਨੇ ਵੀ ਕੀਤੀ ਸੀ 2020 ਦੇ ਵਿੱਚ, ਹੈ ਨਾ। ਤੇ ਉੱਦਾਂ ਇਹ 3 ਹੈਗੀਆਂ ਤੇ ਹੋ ਸਕਦਾ ਆਸਟ੍ਰੇਲੀਆ ਪਰਮਾਨੈਂਟ ਹੀ ਹੋ ਜੇ। ਚਲੋ ਨੈਕਸਟ ਦੇਖਦੇ ਹਾਂ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਇਨ BT cotton, a transgenic plant BT refers to Clostridium thuringiensis. The BT gene is derived from a fungi. ਤੀਜਾ ਹੈਗਾ nematode resistant transgenic cotton has been produced by inserting BT gene। ਜੀ ਸਾਇੰਸ ਦਾ ਇਹ ਕੁਐਸਚਨ ਸੀਗਾ। BT ਕਾਟਨ ਮਤਲਬ ਕਿ ਜੈਨੇਟਿਕਲੀ ਮੋਡੀਫਾਈਡ ਕਾਟਨ ਹੁੰਦੀ ਆ, ਤੇ ਇਹਨਾਂ ਦੇ ਵਿੱਚੋਂ ਕੋਈ ਵੀ ਸਹੀ ਨਹੀਂ ਹੈਗਾ, ਸਾਰੇ ਦੀਆਂ ਸਾਰੀਆਂ ਆਪਸ਼ਨਾਂ ਗਲਤ ਨੇ, ਠੀਕ ਆ। ਇਹ ਤੁਸੀਂ ਗੂਗਲ ਕਰ ਲਿਓ ਇਹਦੀ ਡਿਟੇਲ ਜੇ ਤੁਸੀਂ ਕਰਨੀ ਹੋਵੇ BT ਕਾਟਨ ਦੀ। ਇਹਦੀਆਂ ਕਾਫੀ ਡਿਸਐਡਵਾਂਟੇਜਸ ਨੇ ਤੇ ਆਪਣੇ ਆਪ ਸਾਹਮਣੇ ਆ ਜਾਣਗੀਆਂ, ਠੀਕ ਆ। ਨੈਕਸਟ ਦੇਖਦੇ ਹਾਂ। ਦ ਆਥੋਰਾਈਜੇਸ਼ਨ ਫॉर ਦ ਵਿਡਰਾਅਲ ਆਫ ਫੰਡਸ ਫਰੋਮ ਦ ਕੰਸੋਲੀਡੇਟਡ ਫੰਡ ਆਫ ਇੰਡੀਆ ਮਸਟ ਕਮ ਫਰੋਮ। ਕੌਣ ਦਿੰਦਾ, ਮਤਲਬ ਕਿ ਆਥੋਰਾਈਜੇਸ਼ਨ ਕਿਹੜਾ ਬੰਦਾ ਜਾਂ ਕੌਣ, ਕਿਹੜੀ ਬੋਡੀ ਆ, ਠੀਕ ਆ, ਜਿਹੜੀ ਆਪਾਂ ਨੂੰ ਆਥੋਰਾਈਜ਼ ਕਰਦੀ ਆ ਵੀ ਆਪਣਾ ਜਿਹੜਾ ਕੰਸੋਲੀਡੇਟਡ ਫੰਡ ਹੁੰਦਾ ਤੇ ਇੱਕ ਦੂਸਰਾ ਹੁੰਦਾ ਆਪਣਾ ਕੰਟੀਨਜੈਂਸੀ। ਤੇ ਕੰਸੋਲੀਡੇਟਡ ਫੰਡ ਦੇ ਵਿੱਚੋਂ ਪੈਸੇ ਜਦੋਂ ਵਿਡਰਾਅ ਕਰਨੇ ਹੋਣ ਤਾਂ ਪਾਰਲੀਮੈਂਟ ਦੀ ਅਪਰੂਵਲ ਜ਼ਰੂਰੀ ਆ, ਜਾਣੀ ਕਿ B ਆਪਸ਼ਨ। ਉਸ ਤੋਂ ਬਾਅਦ ਪ੍ਰੈਜ਼ੀਡੈਂਟ ਆਫ ਸਾਊਥ ਕੋਰੀਆ। ਹੁਣ ਸਾਊਥ ਕੋਰੀਆ ਦਾ ਪ੍ਰੈਜ਼ੀਡੈਂਟ ਕੌਣ ਆ? ਸਾਊਥ ਕੋਰੀਆ ਆਪਣੀ ਮਤਲਬ ਕਿ ਏਸ਼ੀਆ ਦੀ ਕਾਫੀ ਮਸ਼ਹੂਰ ਕੰਟਰੀ ਆ, ਇਕੋਨਮੀ ਜਾਪਾਨ ਦੀ ਤਰ੍ਹਾਂ। ਤੇ ਆਪਣੇ ਨੇੜੇ ਤੇੜੇ ਵਾਲੀਆਂ ਖਾਸ ਕਰਕੇ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਆਪਾਂ ਨੂੰ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ। ਇਹ ਤਾਂ ਇਨਕਲੂਡ ਕਰਤਾ ਸੀ ਕਿਉਂਕਿ ਹੁਣ ਵੀ ਮੂਨ ਜਾਏ ਇਹਨਾਂ ਦੇ ਪ੍ਰੈਜ਼ੀਡੈਂਟ ਨੇ, ਉਸ ਟਾਈਮ ਵੀ ਸੀਗੇ, ਠੀਕ ਆ। ਇਹਨਾਂ ਦੀ ਜੋ ਕੈਪੀਟਲ ਆ ਹੁਣ ਸਾਊਥ ਕੋਰੀਆ ਦੀ ਉਹ ਸਿਓਲ ਆ, ਠੀਕ ਆ। ਸੋਲ ਵੀ ਕਹਿ ਦਿੰਦੇ ਆ ਉਹਨੂੰ, SEOUL। ਤੇ ਸਾਊਥ ਕੋਰੀਅਨ ਵੌਨ ਇੱਥੇ ਦੀ ਕਰੰਸੀ ਆ, ਠੀਕ ਆ। ਐਵੇਂ ਨਾਰਥ ਕੋਰੀਆ, ਠੀਕ ਆ। ਨਾਰਥ ਕੋਰੀਆ ਪਿਓਂਗਯਾਂਗ ਤੇ ਨਾਰਥ ਕੋਰੀਅਨ ਵੌਨ, ਠੀਕ ਆ। ਤੇ ਅੱਗੇ ਬਸ ਇੰਨੇ ਹੀ ਸੀਗੇ ਕੁਐਸਚਨ, ਇਹ ਲਾਸਟ ਕੁਐਸਚਨ ਸੀਗਾ। ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਹੀ। ਤੇ ਹੁਣ ਜਿਹੜਾ ਟੈਲੀਗ੍ਰਾਮ ਦਾ ਗਰੁੱਪ ਬਣਾਇਆ ਤੇ ਇੱਥੇ ਸਲਾਈਡ ਦੇ ਉੱਤੇ ਇਹਦਾ ਲਿੰਕ ਵੀ ਮੈਂ ਦਿੱਤਾ ਸੀਗਾ, ਇਹ ਤੁਸੀਂ ਸਰਚ ਕਰ ਲਿਓ ਪੰਜਾਬ GK ਕਰੰਟ। ਟੈਲੀਗ੍ਰਾਮ ਦੇ ਉੱਤੇ ਸਿੱਧਾ ਸਰਚ ਕਰ ਸਕਦੇ ਹੋ, ਜਾਂ ਫਿਰ ਇਹ ਪੂਰੇ ਦਾ ਪੂਰਾ ਲਿੰਕ ਟਾਈਪ ਕਰ ਲਿਓ, ਤੁਹਾਨੂੰ ਮਿਲ ਜੂਗਾ ਤੇ ਉਹਨੂੰ ਜੁਆਇਨ ਕਰ ਲਿਓ। ਉਹਦੇ 'ਚ ਸਾਰੀਆਂ ਵੀਡੀਓਜ਼ ਦੇ ਲਿੰਕ ਹੈਗੇ ਆ, ਮੇਨ ਜਿਹੜੀਆਂ ਵਕੈਬ ਦੀਆਂ ਇੰਗਲਿਸ਼ ਦੀਆਂ ਵੀਡੀਓਜ਼ ਵੀ ਨੇ ਤੇ ਉਹ ਅਪਕਮਿੰਗ ਦੀਆਂ ਵੀ ਜਿਹੜੀਆਂ ਹੋਰ ਬਣ ਰਹੀਆਂ ਨੇ ਉਹ ਸਾਰੇ ਦੇ ਸਾਰੇ ਅਵੇਲੇਬਲ ਹੋਣਗੇ, ਠੀਕ ਆ। ਤੇ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ, ਤੇ ਐਪਰੀਸ਼ੀਏਟ ਕਰੋ ਜੇ ਐਫਰਟ ਨੂੰ, ਮਤਲਬ ਕਿ ਜੇ ਤੁਹਾਨੂੰ ਵੀਡੀਓ ਠੀਕ ਲੱਗਦੀਆਂ ਨੇ ਤੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਕੋਈ ਕਮੀ ਪੇਸ਼ੀ ਤੁਹਾਨੂੰ ਲੱਗਦੀ ਹੈ, ਹੈ ਨਾ। ਤੇ ਕਿੱਦਾਂ ਦਾ ਕੰਟੈਂਟ ਅੱਗੇ ਦੇਖਣਾ ਚਾਹੁੰਦੇ ਹੋ ਉਹ ਵੀ ਤੁਸੀਂ ਦੱਸ ਸਕਦੇ ਹੋ। ਤੇ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ। ਟੇਕ ਕੇਅਰ।